ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਇਸ ਪ੍ਰੋਗਰਾਮ ਦੇ ਖਾਸ ਤੌਰ ਦੇ ਉੱਤੇ ਵਿਸ਼ਵ ਭਰ ਦੇ ਵਿੱਚ ਹਿਊਮਨ ਰਾਈਟਸ ਡੇ ਮਨਾਇਆ ਜਾ ਰਿਹਾ ਆ, ਜਿਹੜਾ ਕਿ ਸਮੁੱਚੇ ਵਿਸ਼ਵ ਦੇ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਆ। ਸੋ ਜਾਣਕਾਰੀ ਜਿਹੜੀ ਆ ਉਹ ਅਸੀਂ ਲਵਾਂਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ ਹੋਰਾਂ ਕੋਲੋਂ। ਸੋ ਉਹਨਾਂ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਮਨੁੱਖੀ ਅਧਿਕਾਰ ਦਿਵਸ ਜਾਂ ਦਿਨ ਜਿਹੜਾ ਅੱਜ ਹੈ ਮਨਾਇਆ ਜਾ ਰਿਹਾ ਹੈ ਸਮੁੱਚੀ ਦੁਨੀਆ ਦੇ ਵਿੱਚ, ਪਰ ਮਨੁੱਖੀ ਅਧਿਕਾਰ ਜਿਹੜੇ ਆ ਉਹ ਹੁੰਦੇ ਕੀ ਨੇ? ਕੁਝ ਲੋਕ ਸ਼ਾਇਦ ਇਹ ਵੀ ਨਹੀਂ ਜਾਣਦੇ ਹੋਣੇ, ਖਾਸ ਤੌਰ ਦੇ ਉੱਤੇ ਬਹੁਤ ਸਾਰੇ ਗਰੀਬ ਦੇਸ਼ ਅਤੇ ਜਿਨ੍ਹਾਂ ਦੇ ਵਿੱਚ ਭਾਰਤ ਵੀ ਸ਼ੁਮਾਰ ਆ, ਉਹਨਾਂ ਦੇ ਵਿੱਚ ਵੀ ਬਹੁਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਣਕਾਰੀ ਜਿਹੜੀ ਆ ਉਹ ਨਹੀਂ ਹੈਗੀ। ਸੋ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਮਨੁੱਖੀ ਅਧਿਕਾਰ ਜਿਹੜੇ ਆ ਉਹ ਹੁੰਦੇ ਕੀ ਨੇ? ਜਿੱਥੋਂ ਤੱਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਜੀ, ਸਾਡੇ ਕੁਦਰਤ ਦੇ ਕੁਝ ਨਿਯਮ ਨੇ, ਜਿਹੜੇ ਕੁਦਰਤ ਦੇ ਨਿਯਮ ਉਹਨਾਂ ਦੇ ਮੁਤਾਬਕ ਹੀ ਸਾਨੂੰ ਜਿਹੜਾ ਵਾ ਰਾਈਟ ਟੂ ਲਿਵ, ਰਾਈਟ ਟੂ ਲਾਈਫ, ਰਾਈਟ ਟੂ ਫਰੀਡਮ, ਇਹ ਅਧਿਕਾਰ ਸਾਨੂੰ ਮਿਲੇ ਨੇ। ਅਤੇ ਇਹ ਜਿਹਦੇ ਲੰਘਣਾ ਕਰਦੇ ਹਾਂ ਤਾਂ ਫਿਰ ਮਨੁੱਖੀ ਅਧਿਕਾਰ ਦੀ ਲੰਘਣਾ ਹੁੰਦੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦੀ ਉਲੰਘਣਾ ਨਹੀਂ ਕੀਤੀ ਸਕਦੀ। ਸਾਨੂੰ ਕੁਦਰਤ ਨੇ ਦਿੱਤਾ ਵਾ, ਜਨਮ ਵੀ ਕੁਦਰਤ ਨੇ ਦਿੱਤਾ ਸਾਨੂੰ, ਉਹਦੇ ਵਿੱਚ ਸਾਨੂੰ ਜਿਹੜਾ ਜੀਣ ਦਾ ਹੱਕ ਵੀ ਕੁਦਰਤ ਨੇ ਦਿੱਤਾ ਵਾ, ਰਹਿਣ ਦਾ ਹੱਕ ਵੀ ਕੁਦਰਤ ਨੇ ਦਿੱਤਾ ਵਾ। ਇਹਨਾਂ ਚੀਜ਼ਾਂ ਨੂੰ ਅਸੀਂ ਆਪਣਾ ਮਨੁੱਖੀ ਦਾ ਅਧਿਕਾਰ ਦੇ ਵਿੱਚ ਜਿਹੜੇ ਸ਼ਾਮਲ ਕਰਦੇ, ਜਿਵੇਂ ਤੁਸੀਂ ਖਾਣ ਪੀਣ ਦਾ ਅਧਿਕਾਰ ਵੀ, ਤੁਸੀਂ ਜੋ ਮਰਜ਼ੀ ਖਾਓ ਪੀਓ, ਤਾਂ ਰੋਕ ਕੋਈ ਨਹੀਂ ਹੋਣੀ ਚਾਹੀਦੀ। ਅਤੇ ਇਹ ਸਾਰੇ ਇਹ ਜਿਹੜੇ ਮਨੁੱਖੀ ਅਧਿਕਾਰਾਂ ਚਾਹੁੰਦੇ ਆ। ਅਤੇ ਮਨੁੱਖ ਦਾ ਜਨਮ ਜਦੋਂ ਹੋਇਆ ਸੀ ਉਦੋਂ ਤੋਂ ਹੀ ਇਹਨਾਂ ਦੀ ਲੋੜ ਪੈ ਗਈ ਸੀਗੀ, ਮਨੁੱਖ ਦੇ ਜਨਮ ਹੁੰਦਿਆਂ ਹੀ। ਲੇਕਿਨ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਅੱਜ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਤਾਂ 10 ਦਸੰਬਰ 1948 ਨੂੰ UN ਨੇ ਜਿਹੜਾ ਸੀ ਮਨੁੱਖੀ ਅਧਿਕਾਰ ਦਿਵਸ ਮਨਾਉਣ ਦੀ ਗੱਲ ਕੀਤੀ ਸੀ। ਬਟ ਸਰ, ਤੁਸੀਂ ਕਿਹਾ ਕਿ 10 ਦਸੰਬਰ ਨੂੰ ਜਿਹੜਾ ਆ ਇਹ ਦਿਨ ਮਨਾਇਆ ਜਾਂਦਾ ਆ, ਪਰ ਕੀ ਲੋੜ ਪੈ ਗਈ ਕਿ ਇਹ ਇੱਕ ਦਿਨ ਜਿਹੜਾ ਉਹ ਰੱਖਣਾ ਪੈ ਗਿਆ? ਕੀ ਕਿਤੇ ਮਨੁੱਖੀ ਅਧਿਕਾਰਾਂ ਦੇ ਉੱਤੇ ਡਾਕਾ ਪੈਣਾ ਸ਼ੁਰੂ ਹੋ ਗਿਆ ਜਾਂ ਅਧਿਕਾਰ ਦਬਾਏ ਜਾਣੇ ਸ਼ੁਰੂ ਹੋ ਗਏ ਕਿ ਇਹਦੇ ਵਾਸਤੇ ਇੱਕ ਦਿਨ ਰੱਖਣਾ ਪੈ ਗਿਆ, ਜਾਂ ਇਹਦੇ ਵਾਸਤੇ ਇਸ ਦੀ ਮੋਨੀਟਰਿੰਗ ਕਰਨ ਵਾਸਤੇ ਇੱਕ ਸੰਸਥਾ ਨੂੰ ਜਿਹੜਾ ਆ ਹੋਂਦ ਦੇ ਵਿੱਚ ਆਉਣਾ ਪੈ ਗਿਆ? ਇਹ ਤੁਹਾਡੀ ਗੱਲ ਠੀਕ ਹੈ ਜੀ। ਜਦੋਂ ਦੂਸਰੀ ਵਰਲਡ ਵਾਰ ਹੋਈ ਆ ਅਤੇ ਹੀਰੋਸ਼ੀਮਾ ਅਤੇ ਨਾਗਾਸਾਕੀ ਜਿਹੜਾ ਸਾਕੀ ਸੀ ਆਪਣੇ ਜਾਪਾਨ ਦੇ ਸ਼ਹਿਰ ਜਦੋਂ ਬਰਬਾਦ ਕੀਤੇ ਗਿਆ, ਉੱਥੇ ਮਨੁੱਖੀ ਅਧਿਕਾਰਾਂ ਦਾ ਬੜਾ ਤਕੜਾ ਹਨਨ ਹੋਇਆ ਸੀਗਾ। ਉਸ ਨੂੰ ਮੁੱਖ ਰੱਖਦਿਆਂ ਜਿਹੜੇ ਸੀ UN ਨੇ ਫੈਸਲਾ ਕੀਤਾ, UN ਨੂੰ ਹੋਣ ਚਾਹੀਦਾ, ਕਹਿੰਦੇ ਵੀ ਇਹ ਵੀ ਇੱਕ ਦਿਵਸ ਰੱਖਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਯਾਦ ਰਹੇ ਵੀ ਅਸੀਂ ਦੁਬਾਰਾ ਹੀਰੋਸ਼ੀਮਾ ਅਤੇ ਨਾਗਾਸਾਕੀ ਵਾਲਾ ਜਿਹੜਾ ਭਾਣਾ ਨਹੀਂ ਵਰਤਾਉਣਾ। ਅਤੇ ਉਹ ਕੁਛ ਹੱਦ ਤੱਕ ਕਾਮਯਾਬੀ UN ਨੇ ਹੋਈ ਹੈ। ਅਤੇ ਜਦੋਂ ਮਨੁੱਖੀ ਅਧਿਕਾਰ ਦਿਵਸ ਹੁੰਦਾ ਉਸ ਦਿਨ ਜਦੋਂ ਅਸੀਂ ਵਰਲਡ ਲੈਵਲ 'ਤੇ ਫੰਕਸ਼ਨ ਵੀ ਹੁੰਦੇ ਆ, ਵਰਲਡ ਲੈਵਲ 'ਤੇ ਦੀਆਂ ਚਰਚਾਵਾਂ ਵੀ ਹੁੰਦੀਆਂ ਵਾ। ਲੇਕਿਨ ਅੱਜ ਵੀ ਇਹਨਾਂ ਹੱਕਾਂ ਦੀ ਜਿਹੜੀ ਉਲੰਘਣਾ ਬਹੁਤ ਸਾਰੇ ਦੇਸ਼ਾਂ 'ਚ ਹੋ ਰਹੀ ਆ ਅਤੇ UN ਕੋਲ ਵੀ ਕੇਸ ਪੁੱਜਦੇ ਆ, ਲੇਕਿਨ ਉਹ ਇੰਨੀ ਧੀਮੀ ਰਫਤਾਰ ਨਾਲ ਚੱਲਦੇ ਆ ਵੀ ਇਨਸਾਫ ਮਿਲਣ ਦੀ ਕਿਸੇ ਨੂੰ ਬਹੁਤੀ ਆਸ ਨਹੀਂ ਰਹਿੰਦੀ। ਜੇ ਕਿਤੇ UN ਨੂੰ ਇਨਸਾਫ ਦੇਣ ਦੀ ਕੋਈ ਕੋਸ਼ਿਸ਼ ਵੀ ਕਰੇ, ਜਿਵੇਂ 370 ਧਾਰਾ ਕਸ਼ਮੀਰ ਦੇ ਵਿੱਚੋਂ ਖ਼ਤਮ ਕਰਕੇ ਜਿਸ ਤਰ੍ਹਾਂ ਕਰਫਿਊ ਲਾਇਆ ਗਿਆ, ਉੱਥੇ ਜੋ ਕੁਛ ਲੋਕਾਂ ਦਾ ਕੀਤਾ ਗਿਆ, 100 ਦਿਨ ਤੋਂ ਉੱਪਰ ਹੋ ਗਏ, ਅੱਜ ਵੀ ਉੱਥੇ ਲੋਕ ਜਿਹੜੇ ਘਰਾਂ 'ਚ ਤਾਲੇ ਪਏ ਨੇ। ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਵਾ। ਭਾਵੇਂ ਕਿ UN ਵੀ ਕਹਿ ਚੁੱਕੀ ਹੈ ਵੀ ਇਹਦੇ ਬਾਰੇ ਫੈਸਲਾ ਜਿਹੜੀ ਆ ਇੰਡੀਆ ਗੌਰਮੈਂਟ ਜਲਦੀ ਕਰੇ। ਬਾਕੀ ਕੰਟਰੀ ਜੀ ਕਹਿ ਰਹੇ, ਚਾਈਨਾ ਵੀ ਕਹਿ ਚੁੱਕਾ, ਅਮਰੀਕਾ ਵੀ ਕਹਿ ਚੁੱਕਾ, ਲੇਕਿਨ ਹਿੰਦੁਸਤਾਨ ਸਰਕਾਰ ਦੀ ਤੇ ਕੋਈ ਕੰਨ 'ਤੇ ਜੂੰ ਨਹੀਂ ਸਰਕਦੀ। ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਵਾ। ਇਹਦੇ ਕਰਕੇ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ UNO ਨੇ ਇਹ ਕਿਹਾ ਸੀ ਵੀ 10 ਦਸੰਬਰ 1948 ਨੂੰ ਜਿਹੜਾ ਸੀ ਇਹ ਅਸੀਂ ਮਨੁੱਖੀ ਅਧਿਕਾਰ ਦਿਵਸ ਰੱਖਦੇ ਹਾਂ। ਅਤੇ 1950 ਦੇ ਵਿੱਚ ਇਹ ਪਹਿਲੀ ਵਾਰੀ ਮਨਾਇਆ ਗਿਆ ਸੀ ਇੰਡੀਆ ਦੇ ਵਿੱਚ ਵੀ। ਇਸ ਕਰਕੇ ਉਹ ਹੀਰੋਸ਼ੀਮਾ ਨਾਗਾਸਾਕੀ ਜਿਨ੍ਹਾਂ ਨੇ ਨਸਲਾਂ ਬਰਬਾਦ ਕਰਤੀਆਂ, ਅੱਜ ਵੀ ਉਹ ਕਹਿੰਦੇ ਆ ਵੀ ਉੱਥੇ ਜਿਹੜੇ ਬੱਚੇ ਆ ਉਹ ਜਦੋਂ ਜੰਮਦੇ ਉਹ ਸਹੀ ਨਹੀਂ ਜੰਮਦੇ, ਲੂਲੇ ਲੱਗਣੇ ਜੰਮਦੇ ਆ। ਇੰਨਾ ਅਸਰ ਇੰਨਾ ਚਿਰ ਜਾਣ ਦੇ ਬਾਵਜੂਦ ਵੀ। ਅਤੇ ਉਹ ਚਾਹੁੰਦੇ ਆ, UN ਦੀ ਇੱਕ ਇੱਛਾ ਸੀਗੀ ਵੀ ਇਹ ਇਸ ਚੀਜ਼ ਨੂੰ ਬਚਾਉਣ ਵਾਸਤੇ, ਮਨੁੱਖਤਾ ਨੂੰ ਬਚਾਉਣ ਵਾਸਤੇ ਸਾਨੂੰ ਇਹ ਇੱਕ ਹਿਊਮਨ ਰਾਈਟ ਜਿਹੜਾ ਹੈਗਾ ਇਹ ਦਿਵਸ ਰੱਖਣਾ ਚਾਹੀਦਾ, ਉਹਦੇ ਕਰਕੇ ਰੱਖਿਆ ਗਿਆ ਜੀ। ਪੱਟੀ ਸਾਹਿਬ, ਗੱਲ ਕਰੀਏ
ਤੁਸੀਂ ਜਿਵੇਂ ਗੱਲ ਕੀਤੀ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਮਨੁੱਖੀ ਅਧਿਕਾਰ ਜਿਹੜੇ ਆ ਉਹਨਾਂ ਦੀ ਉਲੰਘਣਾ ਹੁੰਦੀ ਆ, ਖੋਹੇ ਜਾਂਦੇ ਆ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੂੰ ਕਿਵੇਂ ਦੇਖਦੇ ਹੋ ਇਸ ਮਾਮਲੇ ਦੇ ਵਿੱਚ? ਜਿਸ ਤਰੀਕੇ ਦੇ ਨਾਲ ਕਸ਼ਮੀਰ ਦੀ ਵੀ ਤੁਸੀਂ ਗੱਲ ਕੀਤੀ ਆ, ਅਤੇ ਕਸ਼ਮੀਰ ਨੂੰ ਜੇ ਛੱਡ ਕੇ ਉੱਦਾਂ ਵੀ ਅਸੀਂ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਰੇਪ ਹੋ ਰਹੇ ਆ, ਜਾਂ ਇਸ ਤਰੀਕੇ ਦੀਆਂ ਕਈ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਇਹ ਦਰਸਾਉਂਦੀਆਂ ਨੇ ਕਿ ਵਾਕਿਆ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਜਿਹੜੀ ਗੱਲ ਤੁਸੀਂ ਹਿੰਦੁਸਤਾਨ ਦੀ ਗੱਲ ਕੀਤੀ ਹੈ ਜੀ, ਸਾਡੀ ਜਿਹੜੀ ਧਰਤੀ ਹੈ ਉਹ ਪੀਰਾਂ ਪੰਗੰਬਰਾਂ ਗੁਰੂਆਂ ਭਗਤਾਂ ਦੀ ਧਰਤੀ ਹੈ। ਅਤੇ ਸਿੱਖ ਗੁਰੂ ਸਾਹਿਬ ਨੇ ਬਾਬੇ ਨਾਨਕ ਨੇ ਅੱਜ ਤੋਂ 550 ਸਾਲ ਪਹਿਲਾਂ ਹੀ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਸੀਗੀ। ਜਦੋਂ ਬਾਬਰ ਨੇ ਹਮਲਾ ਕੀਤਾ ਇੱਥੇ ਅਤੇ ਬਾਬਰ ਨੇ ਇੱਥੇ ਤਸ਼ੱਦਦ ਕੀਤਾ, ਅਤੇ ਉਸ ਟਾਈਮ 'ਤੇ ਬਾਬੇ ਨਾਨਕ ਨੇ ਕਿਹਾ ਸੀ ਪਾਪ ਕੀ ਜੰਜ ਲੈ ਕਾਬਲ ਤੈਅ ਜੋਰੀ ਮੰਗੇ ਦਾਨਵੇਂ ਲਾ ਲਓ। ਉਦੋਂ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ। ਮਨੁੱਖੀ ਅਧਿਕਾਰਾਂ ਦਾ ਡਟ ਕੇ ਉਹਨਾਂ ਵਿਰੋਧ ਕੀਤਾ, ਭਾਵੇਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ। ਉਹਨਾਂ ਕਿਹਾ ਜੀ ਵੀ ਤੈਨੂੰ ਕੋਈ ਅਧਿਕਾਰ ਨਹੀਂ ਹੈਗਾ ਵੀ ਇਹਨਾਂ ਲੋਕਾਂ ਨੂੰ ਤੂੰ ਮਾਰੇ, ਇਹਨਾਂ ਨੂੰ ਕੁੱਟੇ, ਇਹਨਾਂ ਨੂੰ ਬਰਬਾਦ ਕਰੇ। ਇਹਨਾਂ ਨੂੰ ਕੁਦਰਤ ਨੇ ਵਸਾਇਆ ਵਾ, ਕੁਦਰਤ ਨੇ ਜਨਮ ਦਿੱਤਾ ਵਾ, ਕੁਦਰਤ ਨੇ ਰਹਿਣ ਦਾ ਹੱਕ ਦਿੱਤਾ, ਤੂੰ ਕੌਣ ਹੁੰਦਾ ਇਹਨਾਂ ਨੂੰ ਕਰਨ ਵਾਲਾ? ਤਾਂ ਉਸ ਟਾਈਮ 'ਤੇ ਜਦੋਂ ਬਾਬਰ ਨੂੰ ਫਿਰ ਅਹਿਸਾਸ ਹੋਇਆ ਸੀ, ਅਤੇ ਜਿਹੜਾ ਗੁਰੂ ਸਾਹਿਬ ਕੋਲੋਂ ਉਹਨੇ ਅਸ਼ੀਰਵਾਦ ਵੀ ਲਿਆ ਸੀ, ਅਤੇ ਨਾਲ ਉਹਨੇ ਕਿਹਾ ਸੀ ਵੀ ਅੱਗੇ ਤੋਂ ਇਹੋ ਜਿਹੀ ਘਟਨਾ ਨਹੀਂ ਵਾਪਰੇਗੀ। ਜੇ ਆਪਾਂ ਪੰਚਮ ਪਾਤਸ਼ਾਹ ਦੀ ਗੱਲ ਕਰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਉਦੋਂ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਸੀਗੀ। ਜੇ ਗੁਰੂ ਤੇਗ ਬਹਾਦਰ ਸਿੰਘ ਦੀ ਗੱਲ ਕਰਦੇ ਆ ਤਾਂ ਉਦੋਂ ਸਿੱਖ ਧਰਮ ਦੀ ਨਹੀਂ, ਉਹਦੇ ਮਨੁੱਖੀ ਅਧਿਕਾਰਾਂ ਦੀ ਗੱਲ ਸੀ। ਜਿਹੜੀ ਉਹਦੀ ਸ਼ਹਾਦਤ ਹੋਈ ਹੈ, ਜਿਹੜੀ ਦਿੱਲੀ ਦੇ ਚਾਂਦਨੀ ਚੌਂਕ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹ ਮਨੁੱਖੀ ਅਧਿਕਾਰਾਂ ਦੀ ਗੱਲ ਸੀਗੀ। ਜੇ ਤੁਸੀਂ ਕਿਸੇ ਨੂੰ ਕਹਿੰਦੇ ਹੋ ਤੂੰ ਆਪਣਾ ਧਰਮ ਤਬਦੀਲ ਕਰ ਲਾ, ਇਹ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾ ਕਿ ਤੁਸੀਂ ਉਹਦੀ ਮਰਜ਼ੀ ਦੇ ਖਿਲਾਫ ਉੱਤੇ ਠੋਸ ਰਹੇ ਹੋ, ਉਹਨੂੰ ਗੁਲਾਮ ਬਣਾ ਰਹੇ ਹੋ। ਇਸ ਕਰਕੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਉਹ ਗੁਰੂ ਸਾਹਿਬ ਨੇ ਬੁਨਿਆਦ ਰੱਖ ਦਿੱਤੀ ਸੀ, ਅਤੇ ਉਹ ਬੁਨਿਆਦ ਜਿਹੜੀ ਅੱਜ ਵੀ ਜਾਰੀ ਆ। ਅਸੀਂ ਜੇ ਗੁਰਬਾਣੀ ਪੜ੍ਹੀ, ਇੱਕ ਆਉਂਦਾ ਗੁਰਬਾਣੀ 'ਚ ਆਉਂਦਾ ਵਾ ਇੱਕ ਕਿ ਮੁਬਾਰਕ ਤੂੰ ਮੇਰਾ ਗੁਰਹਾਈ। ਮੇਰਾ ਮਤਲਬ ਗੁਰਬਾਣੀ ਨੇ ਸਾਨੂੰ ਬੜੀ ਸੇਧ ਦਿੱਤੀ ਹੈ। ਜੇ ਗੁਰਬਾਣੀ ਦੀ ਸੇਧ ਲੈ ਕੇ ਚੱਲੀਏ ਤਾਂ ਮੇਰਾ ਖਿਆਲ ਵੀ ਸਾਡੇ ਕਾਫੀ ਮਸਲੇ ਮਨੁੱਖੀ ਅਧਿਕਾਰਾਂ ਦੇ ਵੈਸੇ ਵੀ ਹੱਲ ਹੋ ਸਕਦੇ ਆ। ਅੱਜ ਦੀ ਡੇਟ ਦੇ ਵਿੱਚ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੇਰੇ ਖਿਆਲ ਅਸੀਂ ਸਟੱਡੀ ਨਹੀਂ ਕਰਦੇ, ਜਿੰਨੇ ਬਾਹਰਲੇ ਲੋਕ ਕਰ ਰਹੇ ਨੇ। ਮੇਰੇ ਕੋਲ ਇੱਕ ਜਰਮਨ ਦਾ ਇੱਥੇ ਇੱਕ ਵਿਦਵਾਨ ਆਇਆ ਸੀ, ਉਹਦੇ ਨਾਲ ਮੇਰੀ ਗੱਲਬਾਤ ਹੋਈ। ਉਹ ਕਹਿੰਦਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਪੂਰਾ ਪੜ੍ਹ ਲੈਂਦਾ। ਮੈਂ ਕਿਹਾ ਪੰਜਾਬੀ 'ਚ? ਕਹਿੰਦਾ ਮੈਂ ਪੜ੍ਹ ਲੈਂਦਾ ਅਤੇ ਮੈਂ ਅਰਥ ਵੀ ਜਾਣਦਾ। ਮੈਨੂੰ ਪੁੱਛ ਲਓ ਤਾਂ ਪੁੱਛਣਾ ਤੁਸੀਂ। ਇਹੋ ਜਿਹੇ ਵਿਦਵਾਨ ਹੋ ਗਏ। ਅਤੇ ਉਹ ਹਰ ਸਾਲ ਦਸੰਬਰ ਦੇ ਵਿੱਚ ਮੱਥਾ ਟੇਕਣ ਆਉਂਦਾ ਸੀ ਦਰਬਾਰ ਸਾਹਿਬ। ਅੱਜ ਕੱਲ੍ਹ ਆਉਂਦਾ ਨਹੀਂ ਆਉਂਦਾ, ਮੈਨੂੰ ਨਹੀਂ ਮਿਲਿਆ। ਪਿਛਲੇ 2-3 ਸਾਲ ਮੈਨੂੰ ਪਹਿਲਾਂ ਮਿਲਦਾ ਰਿਹਾ ਸੀ। ਉਹ ਅਸਾਈ ਮਿਸ਼ਨਰੀ ਹੈ, ਬਿਸ਼ਪ ਉਹਨਾਂ ਦਾ। ਉਹ ਕਹਿੰਦਾ ਮੇਰਾ ਧਰਮ ਜੋ ਮਰਜ਼ੀ ਆ, ਲੇਕਿਨ ਮੈਂ ਸਿੱਖ ਧਰਮ ਦਾ ਵੀ ਉਨਾ ਹੀ ਸਤਿਕਾਰ ਕਰਦਾ ਜਿੰਨਾ ਆਪਣੇ ਧਰਮ ਦਾ ਕਰਦਾ। ਕਿ ਸਿੱਖ ਧਰਮ ਨੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਪਹਿਲਾਂ ਗੱਲ ਕੀਤੀ। ਹੁਣ ਤਾਂ UN ਨੂੰ ਤਾਂ ਹੁਣ ਆਈ ਆ, ਹੁਣ ਬਣੀ, ਉਹਨਾਂ ਗੱਲ ਹੁਣ ਕੀਤੀ ਆ। ਅਤੇ ਬਾਬੇ ਨਾਨਕ ਦੀ ਤੋਂ 500-550 ਪਹਿਲਾਂ ਕਰ ਦਿੱਤੀ ਸੀ ਗੱਲ ਜੀ। ਅੱਜ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪੱਟੀ ਸਾਹਿਬ ਦੇਖੀਏ ਤਾਂ ਮਨੁੱਖੀ ਅਧਿਕਾਰਾਂ ਦਾ ਜਿਹੜੀ ਉਲੰਘਣਾ ਆ ਉਹ ਲਗਾਤਾਰ ਹੋ ਰਹੀ ਆ। ਬਹੁਤ ਸਾਰੇ ਲੋਕਾਂ ਨੂੰ ਦਬਾਇਆ ਜਾ ਰਿਹਾ ਆ ਉਹਨਾਂ ਨੂੰ। ਪਰ UNO ਦੇ ਸਾਹਮਣੇ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬਹੁਤ ਸਾਰੇ ਕੇਸ, ਰਫਤਾਰ ਬੜੀ ਧੀਮੀ ਆ। ਫਿਰ ਇਸ ਦਾ ਹੱਲ ਜਿਹੜਾ ਉਹ ਕੀ ਹੋਣਾ ਚਾਹੀਦਾ ਹੈ ਕਿ ਮਨੁੱਖੀ ਅਧਿਕਾਰ ਜਿਹੜੇ ਆ ਉਹ ਬਚਾਏ ਜਾਣ? ਲੋਕ ਬਹੁਤੇ ਜਿਹੜੇ ਗਰੀਬ ਦੇਸ਼ਾਂ ਦੇ ਲੋਕ ਆ ਉਹ ਤਾਂ ਇਸ ਗੱਲ ਤੋਂ ਜਾਗਰੂਕ ਹੀ ਨਹੀਂ ਹੈਗੇ ਕਿ ਸਾਡੇ ਅਧਿਕਾਰ ਜਿਹੜੇ ਆ ਉਹ ਹੈਗੇ ਕੀ ਆ। 2016 ਦੇ ਵਿੱਚ 23 ਦੇਸ਼ਾਂ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਹੈ, ਅਤੇ 22 ਦੇਸ਼ਾਂ 'ਚ ਬੜੀ ਜੰਗੀ ਪੱਧਰ 'ਤੇ ਹੋਈ ਹੈ। ਅਤੇ ਉਹਦੇ ਬਾਰੇ UNO ਵਿਚਾਰੀ ਅਜੇ ਕੁਛ ਨਹੀਂ ਕਰ ਸਕਦੀ। ਉਹ ਜਵਾਬ ਭੇਜਦੀ ਹੈ, ਲਿਖ ਕੇ ਭੇਜਦੀ, ਜਵਾਬ ਦਿਓ, ਜਵਾਬ ਅੱਗੋਂ ਆਉਂਦਾ ਨਹੀਂ, ਜਵਾਬ ਨਹੀਂ ਆਉਂਦਾ ਫਿਰ ਲਿਖ ਕੇ ਭੇਜਦੀ ਹੈ। ਵੀ ਕਿਉਂਕਿ ਉਹ UNO ਜਿਹੜੀ ਉਹ ਬਿਨਾਂ ਦੰਦਾਂ ਤੋਂ ਸ਼ੇਰ ਆ। ਲੇਕਿਨ ਫਿਰ ਵੀ ਉਹ ਜਿੰਨਾ ਕੰਮ ਕਰ ਰਹੀ ਉਹ ਠੀਕ ਕਰ ਰਹੀ। ਘੱਟੋ ਘੱਟ ਉਹਨੂੰ ਪਤਾ ਹੁੰਦਾ ਵੀ UNO ਕੋ ਮੈਨੂੰ ਪੱਤਰ ਹੋਣਾ, ਮੈਂ ਜਵਾਬ ਦੇਣਾ ਉਹਦਾ। ਉਹ ਕਿਵੇਂ ਦੇਣਾ? ਜਿਹੜੀ ਤੁਸੀਂ ਹਿੰਦੁਸਤਾਨ ਦੀ ਗੱਲ ਕਰਦੇ ਆ ਵੀ ਹਿੰਦੁਸਤਾਨ ਦੀ ਇਸ ਵੇਲੇ ਜਿਸ ਤਰੀਕੇ ਨਾਲ ਜਿਹੜੀ ਵਾਇਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੀ, ਅੱਜ ਦੀ ਡੇਟ ਦੇ ਵਿੱਚ NCR ਜਿਹੜਾ ਕਹਿੰਦੇ ਆ ਜਿਹੜੀ ਅਸੀਂ ਨੈਸ਼ਨਲ ਸਿਟੀਜ਼ਨ ਰਜਿਸਟ੍ਰੇਸ਼ਨ ਕਰਾਉਣੀ ਆ, ਉਹਦੇ ਹਿਸਾਬ ਨਾਲ ਜਿਹੜਾ ਕੱਲ੍ਹ ਇਹਦਾ ਕਾਨੂੰਨ ਪਾਸ ਕੀਤਾ ਵਾ, ਉਹਦੇ ਹਿਸਾਬ ਨਾਲ ਉਹਦੇ ਵਿੱਚ ਇਹ ਆ ਵੀ ਜੇ ਕੋਈ ਹਿੰਦੂ, ਜੇ ਕੋਈ ਸਿੱਖ, ਜੇ ਕੋਈ ਬੋਧੀ ਅਤੇ ਜੈਨੀ ਉਹਦੇ ਵਿੱਚ ਆਉਂਦੇ ਨੇ, ਜੇ ਕਿਤੇ ਉਹਨਾਂ ਕੋਲ ਸਿਟੀਜ਼ਨਸ਼ਿਪ ਨਹੀਂ ਹੈਗੀ ਅਤੇ ਉਹ ਆਪਣੀ 5 ਸਾਲ ਦੀ ਪਿਛਲੀ ਇੱਥੋਂ ਦੀ ਰਹਿਣ ਦੀ ਕਰਦੇ ਵੀ 5 ਸਾਲ ਰਹਿੰਦਾ ਰਿਹਾ ਇੱਥੇ, ਤਾਂ ਉਹਨੂੰ ਅਸੀਂ ਸਿਟੀਜ਼ਨਸ਼ਿਪ ਦੇ ਦਿਆਂਗੇ। ਲੇਕਿਨ ਉਹਦੇ ਵਿੱਚ ਮੁਸਲਮਾਨਾਂ ਦਾ ਐਡ ਨਹੀਂ ਕੀਤਾ ਗਿਆ। ਹੁਣ ਮੁਸਲਮਾਨਾਂ ਦਾ ਐਡ ਨਾ ਕਰਨਾ ਇਹ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾ। ਭਾਵੇਂ ਉਹ ਬੰਦੇ ਅੱਜ ਆਏ ਆ, ਭਾਵੇਂ ਅੱਜ ਤੋਂ 40 ਸਾਲ ਪਹਿਲਾਂ ਆਏ ਆ, ਭਾਵੇਂ 50 ਸਾਲ ਪਹਿਲਾਂ ਆਏ, ਭਾਵੇਂ 10 ਸਾਲ ਪਹਿਲਾਂ ਆਏ ਆ, ਘੱਟੋ ਘੱਟ ਉਹਨਾਂ ਨੂੰ ਆਪਣਾ ਜਿਹੜਾ ਸੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ।
ਵੀ ਅਸੀਂ ਇੱਥੇ ਕੀ ਕਰਦੇ ਹਾਂ, ਕਦੋਂ ਤੋਂ ਰਹਿੰਦੇ ਹਾਂ। ਤੁਹਾਨੂੰ ਸ਼ਾਇਦ ਪਤਾ ਹੋਏਗਾ ਪਿਛਲੀ ਵੀਕ BSF ਦੇ ਵਿੱਚੋਂ ਕਮਾਂਡਰ ਰਿਟਾਇਰ ਹੋ ਕੇ ਆਇਆ ਸੀ, ਉਹਨੂੰ ਫੜ ਕੇ ਅੰਦਰ ਕਰਤਾ ਵੀ ਤੂੰ ਤਾਂ ਸਿਟੀਜ਼ਨ ਇੱਥੋਂ ਦਾ ਹੈਗਾ। ਜਦੋਂ ਪਤਾ ਲੱਗਾ ਵੀ ਇਹਦੀ ਨੌਕਰੀ ਕਰਕੇ BSF ਦੇ ਵਿੱਚ 25 ਸਾਲ, ਇਹ ਕਿਵੇਂ ਦੀ ਕਮਾਂਡੈਂਟ ਆ, ਤੇ ਫਿਰ ਉਹਨੂੰ ਛੱਡਣਾ ਵੀ ਪਿਆ। ਇਸ ਕਰਕੇ ਹਿੰਦੁਸਤਾਨ ਦੇ ਵਿੱਚ ਜਿਹੜੀ ਵਾਇਲੇਸ਼ਨ ਆ ਉਹ ਬਾਕੀ ਦੇਸ਼ਾਂ ਨੂੰ ਬਹੁਤ ਜ਼ਿਆਦਾ ਆ। ਕਿਹਾ ਜਾਂਦਾ ਵੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਵਰਲਡ ਦੀ ਇੱਕ ਨੰਬਰ ਦੀ ਡੈਮੋਕ੍ਰੇਸੀ ਆ, ਲੇਕਿਨ ਸਭ ਤੋਂ ਵੱਧ ਇਸ ਡੈਮੋਕ੍ਰੇਸੀ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ। ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਜਿਹੜੇ ਪਿਛਲੇ ਸਮੇਂ ਤੱਕ 1,73,000 ਦੇ ਕਰੀਬ ਜਿਹੜੇ ਸੀ ਉਹ ਸ਼ਿਕਾਇਤਾਂ ਗਈਆਂ ਹਿਊਮਨ ਰਾਈਟਸ ਕੋਲੇ। ਬਿਲਕੁਲ ਭੱਟੀ ਸਾਹਿਬ, ਜਿਵੇਂ ਤੁਸੀਂ ਪੰਜਾਬ ਦੀ ਗੱਲ ਕੀਤੀ ਆ, ਮੈਂ ਇਹੀ ਸਵਾਲ ਤੁਹਾਨੂੰ ਕਰਨੀ ਵਾਲਾ ਸੀਗਾ ਇਸ ਤੋਂ ਬਾਅਦ ਦੇ ਵਿੱਚ ਕਿ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਦੌਰਾਨ ਵੱਡੇ ਪੱਧਰ ਦੇ ਉੱਤੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਆ ਉਹ ਹੋਇਆ ਆ। ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕਰ ਲਈ ਜਾਵੇ ਜਾਂ ਘਰ ਤੋਂ ਨੌਜਵਾਨਾਂ ਨੂੰ ਚੁੱਕ ਕੇ ਜਿਹੜਾ ਮੁਕਾਬਲੇ ਬਣਾ ਕੇ ਮਾਰਨ ਦੀ ਗੱਲ ਕਰ ਲਈ ਜਾਵੇ। ਇਸ ਦੇ ਨਾਲ ਨਾਲ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਖੁਦ ਇਹ ਚੀਜ਼ ਦਾ ਅਹਿਦ ਕੀਤਾ ਸੀਗਾ ਕਿ ਉਹ ਉਹਨਾਂ ਨੌਜਵਾਨਾਂ ਦੇ ਪਤਾ ਲਗਾ ਕੇ ਰਹਿਣਗੇ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਆ, ਪਰ ਬਾਅਦ ਦੇ ਵਿੱਚ ਉਹ ਖੁਦ ਵੀ ਉਸੇ ਚੀਜ਼ ਦਾ ਹੀ ਸ਼ਿਕਾਰ ਹੋ ਗਏ। ਜਿਹੜੀ ਪੰਜਾਬ ਦੀ ਗੱਲ ਕੀਤੀ ਜੀ, ਮੈਂ ਤੁਹਾਡੇ ਨਾਲ ਗੱਲ ਕੀਤੀ ਵੀ 1,73,000 ਸ਼ਿਕਾਇਤਾਂ ਆਈਆਂ, ਜਿਹਦੇ ਵਿੱਚੋਂ ਕਰੀਬ ਜਿਹੜੀਆਂ 72 ਕੇ 73 ਜਿਹੜੀਆਂ ਹਜ਼ਾਰ ਸ਼ਿਕਾਇਤਾਂ ਸੀਗੀਆਂ ਉਹ ਸਿਰਫ ਤੇ ਸਿਰਫ ਪੁਲਿਸ ਦੇ ਖਿਲਾਫ ਸੀ। ਮਤਲਬ 40 ਤੋਂ 45% ਸ਼ਿਕਾਇਤਾਂ ਸਿਰਫ ਪੁਲਿਸ ਦੇ ਖਿਲਾਫ, ਜਿਨ੍ਹਾਂ ਦਾ ਅਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ। ਜਿਹੜੀ ਗੱਲ ਤੁਸੀਂ ਜਸਵੰਤ ਸਿੰਘ ਖਾਲੜੇ ਦੀ ਕੀਤੀ, ਮੈਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਊਂਗਾ। ਸਾਕਾ ਨੀਲਾ ਤਾਰਾ ਹੋਇਆ, ਸਾਕਾ ਨੀਲਾ ਤਾਰਾ ਦੇ ਵਿੱਚ ਜਿਹੜੇ ਬੰਦੇ ਦਰਬਾਰ ਸਾਹਿਬ ਦੇ ਅੰਦਰ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੀ ਗੱਲ ਕਰਦੇ ਹੋ ਸਾਨੂੰ ਇਹ ਦੱਸ ਦਿਓ ਵੀ ਕੀ ਉਹ ਜਨਮ ਪੇਸ਼ਾ ਲੋਕ ਸੀਗੇ, ਕੀ ਉਹ ਕ੍ਰਿਮੀਨਲ ਸਨ? ਜੇ ਕ੍ਰਿਮੀਨਲ ਨਹੀਂ ਸੀ ਤੇ ਫਿਰ ਤੁਸੀਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਹੈ। ਸਾਡੀ ਇਹ ਮੰਗ ਆ ਵੀ ਅਕਾਲ ਤਖਤ ਦਾ ਜਥੇਦਾਰ ਇਹਨੂੰ ਇੱਕ ਅੱਤਵਾਦੀ ਹਮਲਾ ਕਰਾਰ ਦੇਵੇ, ਵੀ ਇਹ ਅੱਤਵਾਦੀ ਹਮਲਾ ਸੀਗਾ, ਅੱਤਵਾਦੀ ਹਮਲੇ 'ਤੇ ਕੀਤਾ ਆ ਕੇ। ਉਹਦੇ ਵਿੱਚ ਜਿਹੜੇ ਬੰਦੇ ਨਿਰਦੋਸ਼ ਮਾਰੇ ਗਏ, ਜਿਹੜੇ ਸੰਗਤਾਂ ਆਈਆਂ ਸੀ ਗੁਰੂ ਸਾਹਿਬ ਦਾ ਦਿਹਾੜਾ ਮਨਾਉਣ, ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਪੰਜਵੇਂ ਪਾਤਸ਼ਾਹ ਦਾ, ਉਹ ਦੇਸ਼ ਵਿੱਚ ਸੰਗਤਾਂ ਆਈਆਂ ਸੀ। ਉਹਦੇ ਵਿੱਚ ਜਿਹੜੇ ਸੀ ਹਜ਼ਾਰਾਂ ਲੋਕ ਮਾਰੇ ਗਏ, ਅਤੇ ਉਹਦੇ ਵਿੱਚ ਜਿੱਦਾਂ ਉਹਨਾਂ ਦੀ ਸੰਸਕਾਰ ਕੀਤੇ ਗਏ, ਜਦੋਂ ਉਹਨਾਂ ਦੀ ਬੇਹੁਰਮਤੀ ਕੀਤੀ ਗਈ, ਜਿੱਦਾਂ ਬੀਬੀਆਂ ਦੇ ਉੱਤੇ ਬਲਾਤਕਾਰ ਕੀਤੇ ਗਏ ਸਾਡੀ ਫੌਜੀਆਂ ਵੱਲੋਂ, ਉਹ ਇੱਕ ਮੂੰਹੋਂ ਬੋਲਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਤਸਵੀਰ ਆ। ਇਸ ਕਰਕੇ ਸਾਡੀ ਇਹ ਅੱਜ ਵੀ ਮੰਗ ਆ ਵੀ ਉਸ ਜਿਹੜਾ ਸਾਕਾ ਵਾ ਉਹਨੂੰ ਅੱਤਵਾਦੀ ਜਿਹੜਾ ਸੀ ਲਾਨਿਆ ਜਾਵੇ, ਅਤੇ ਜਥੇਦਾਰ ਅਕਾਲ ਤਖਤ ਨੂੰ ਚਾਹੀਦਾ ਵਾ ਵੀ ਇਹ ਬਿਨਾਂ ਕਿਸੇ ਦੇਰੀ ਤੋਂ ਇਹ ਕਾਰਵਾਈ ਆਰੰਭ ਕਰੇ। ਦੂਸਰੀ ਚੀਜ਼, ਉਹ ਸਾਕਾ ਨੀਲਾ ਤਾਰਾ ਤੋਂ ਹੋ ਗਿਆ। ਉਸ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦੀ ਡੈਥ ਹੋਈ ਆ ਅਤੇ ਦਿੱਲੀ ਦੇ ਵਿੱਚ ਗੌਰਮੈਂਟ ਦੀ ਇਹ ਡਿਊਟੀ ਬਣਦੀ ਸੀ ਵੀ ਸਿੱਖਾਂ ਦੀ ਜਿਹੜੀ ਸੀ ਹਿਫਾਜ਼ਤ ਕੀਤੀ ਜਾਵੇ, ਲੇਕਿਨ ਕਿਸੇ ਸਿੱਖ ਦੀ ਹਿਫਾਜ਼ਤ ਨਹੀਂ ਕੀਤੀ ਗਈ ਅਤੇ ਹਜ਼ਾਰਾਂ ਸਿੱਖ ਜਿਹੜੇ ਸੀ ਘਰਾਂ ਤੋਂ ਚੁੱਕ ਕੇ ਮਾਰੇ ਗਏ। ਜਿਨ੍ਹਾਂ ਸਿੱਖਾਂ ਨੇ ਆਪਣੇ ਗਲਾਂ ਦੇ ਵਿੱਚ ਜਿਹੜੀਆਂ ਸੀ ਉਹ ਫਾਂਸੀਆਂ ਦੇ ਰੱਸੇ ਪਵਾ ਕੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਈ, ਉਹਨਾਂ ਸਿੱਖਾਂ ਦੇ ਗਲਾਂ ਦੇ ਵਿੱਚ ਜਿਹੜੇ ਸੀ ਉਹ ਬਲ ਦੇ ਟਹਿਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ। ਇਹ ਕਿੱਥੇ ਲਿਖਿਆ ਸੀਗਾ? ਲੇਕਿਨ ਅੱਜ ਤੱਕ ਉਹਨਾਂ ਨੂੰ 35 ਸਾਲ ਬੀਤ ਜਾਣ ਦੇ ਬਾਵਜੂਦ ਇਨਸਾਫ ਤੱਕ ਨਹੀਂ ਮਿਲਿਆ ਅਜੇ ਤੱਕ ਉਹਨਾਂ ਨੂੰ। ਇਹ ਹਿਊਮਨ ਰਾਈਟਸ ਦੀ ਉਲੰਘਣਾ ਨਹੀਂ? ਸਾਡੀਆਂ ਹਿਊਮਨ ਰਾਈਟਸ ਜਿਹੜੀਆਂ ਆਰਗੇਨਾਈਜੇਸ਼ਨ ਕੰਮ ਕਰ ਰਹੀਆਂ ਨੇ, ਲੇਕਿਨ ਕੋਈ ਸੁਣਵਾਈ ਨਹੀਂ। ਇਹਦੇ ਉੱਤੇ ਕਿੰਨੇ ਕਮਿਸ਼ਨ ਬਣੇ, ਕਿੰਨੀਆਂ ਕਮੇਟੀਆਂ ਬਣੀਆਂ, ਸਿਰਫ ਇੱਕ ਬੰਦਾ ਅੱਜ ਤੱਕ ਜਿਹੜਾ ਵਾ ਮੇਨ ਬੰਦਾ ਜਿਹੜੀ ਅੱਜ ਸੱਜਣ ਕੁਮਾਰ ਜਿਹੜਾ ਸੀ ਉਹ ਜੇਲ੍ਹ ਜਾ ਸਕਿਆ ਵਾ। ਬਾਕੀ ਬੰਦੇ ਉੱਧਰਾਂ ਬਾਹਰ ਘੁੰਮਦੇ ਫਿਰਦੇ ਨੇ, ਅਤੇ ਕਈ ਤਾਂ ਮੁੱਖ ਮੰਤਰੀ ਬਣੇ ਕਈ ਸਟੇਟਾਂ ਦੇ ਇਹੋ ਜਿਹੇ ਬੰਦੇ। ਇਸ ਕਰਕੇ ਉਹ ਬੜੀ ਵੱਡੀ ਹਿਊਮਨ ਰਾਈਟਸ ਦੀ ਉਲੰਘਣਾ ਸੀਗੀ। ਜਿਹੜੇ ਸਿੱਖ ਗੁਰੂਆਂ ਨੇ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਅਜਿਹਾ ਤਸ਼ੱਦਦ ਕਰ ਰਹੇ ਆ, ਉਹਨਾਂ ਦੇ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹੋਣ, ਉਹਨਾਂ ਦੇ ਹਿਊਮਨ ਰਾਈਟਸ ਦੀ ਗੱਲ ਕਰਕੇ ਆਪਣੇ ਆਪ ਨੂੰ ਖਤਰੇ 'ਚ ਪਾਇਆ ਹੋਵੇ, ਜੇ ਉਹਨਾਂ ਲੋਕਾਂ 'ਤੇ ਜ਼ਬਰ ਹੋ ਰਿਹਾ, ਉਹਦੇ ਵਾਰਸਾਂ 'ਤੇ ਜ਼ਬਰ ਹੋ ਰਿਹਾ, ਤਾਂ ਮੈਂ ਸੋਚਦਾ ਵੀ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਉਲੰਘਣਾ ਵਾ। ਜਿਹੜੀ ਗੱਲ ਤੁਸੀਂ ਇੱਕ ਖਾਲੜਾ ਸਾਹਿਬ ਦੀ ਕੀਤੀ ਆ, ਜਸਵੰਤ ਸਿੰਘ ਖਾਲੜਾ ਇੱਕ ਕੋਆਪਰੇਟਿਵ ਸੁਸਾਇਟੀ 'ਚ ਇੰਸਪੈਕਟਰ ਹੁੰਦਾ ਸੀਗਾ। ਜਸਵੰਤ ਸਿੰਘ ਖਾਲੜਾ ਨੇ ਕੀ ਕੀਤਾ ਵੀ ਉਹਦਾ ਇੱਕ ਦੋਸਤ ਸੀ, ਉਹਨੂੰ ਪੁਲਿਸ ਨੇ ਚੁੱਕ ਕੇ ਘਰੋਂ ਮਾਰ ਦਿੱਤਾ ਸੀ, ਲੱਭਦਾ ਨਹੀਂ ਸੀਗਾ। ਉਹ ਇੱਕ ਦੋ ਸ਼ਮਸ਼ਾਨ ਘਾਟ 'ਚ ਗਿਆ ਵੀ ਜਾ ਕੇ ਵੇਖਾਂ ਵੀ ਕਿਤੇ ਪੁਲਿਸ ਨੇ ਸਾੜਨਾ ਦਿੱਤਾ ਵੀ ਉਹਨੂੰ ਇੱਦਾਂ। ਉਹ ਪਤਾ ਕਰਦਾ ਆਪਣੇ ਦੋਸਤ ਦੀ ਲਾਸ਼ ਲੱਭਦਾ ਉਹਨੂੰ ਉੱਥੋਂ ਕਈ ਲਾਸ਼ਾਂ ਹੋਰ ਲੱਭ ਗਈਆਂ। ਉਹਨੇ ਉਦੋਂ ਬਣਾਇਆ ਸੀ ਪੰਜਾਬ ਮਨੁੱਖੀ ਅਧਿਕਾਰ ਆਰਗੇਨਾਈਜੇਸ਼ਨ ਬਣਾਈ ਸੀ, ਮਿਸ਼ਨ ਬਣਾਇਆ ਸੀ ਉਹਨੇ, ਅਤੇ ਉਹ ਬਣਾਉਣ ਦੇ ਉਹ ਬਣਾਇਆ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿੰਗ ਸੀ ਇੱਕ, ਉਹਦਾ ਉਹ ਜਨਰਲ ਸੈਕਟਰੀ ਸੀਗਾ ਉਸ ਜਥੇਬੰਦੀ ਦਾ। ਉਹਨੇ ਇੰਨਾ ਕੁ ਕੰਮ ਕੀਤਾ ਵੀ ਸਾਡੀ ਸਟੇਟ ਦੀ ਸਰਕਾਰ ਹਿੱਲ ਗਈ।
ਸਾਡੀਆਂ ਪੋਲੀਟੀਕਲ ਪਾਰਟੀਆਂ ਲੱਗੀਆਂ, ਸਾਡੀ ਜਿਹੜੀ ਸੀ ਪੁਲਿਸ ਲੱਗੀ। ਜਦੋਂ ਪੁਲਿਸ ਲੱਗੀ ਉਹਨੇ ਕਿਹਾ ਜੀ ਪੰਜਾਬ ਦੇ ਵਿੱਚ ਜੋ ਮੈਂ ਐਨਾਲਿਸਿਸ ਕੀਤਾ ਉਹਦੇ ਵਿੱਚ 25,000 ਦੇ ਕਰੀਬ 25,000 ਦੇ ਕਰੀਬ ਜਿਹੜੇ ਮੁੰਡੇ ਆ ਘਰੋਂ ਚੁੱਕ ਕੇ ਨਜਾਇਜ਼ ਨਿਰਦੋਸ਼ ਮਾਰੇ ਗਏ ਨੇ, ਜਿਨ੍ਹਾਂ ਦੀਆਂ ਲਾਸ਼ਾਂ ਲਵਾਰਸ ਕਰਕੇ ਸਾੜੀਆਂ ਗਈਆਂ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਆ। ਉਹਨੇ ਕੁਛ ਲਾਸ਼ਾਂ ਦੱਸੀਆਂ ਵੀ, ਇਨਕੁਆਇਰੀ ਵੀ ਸ਼ੁਰੂ ਹੋਈ, ਲੇਕਿਨ 6 ਸਤੰਬਰ 1992 ਨੂੰ ਜਿਹੜੇ ਖਾਲੜਾ ਸਾਹਿਬ ਸੀ ਉਹਨਾਂ ਨੂੰ ਆਪਣੇ ਘਰ ਤੋਂ ਚੁੱਕਿਆ ਗਿਆ, ਕਬੀਰ ਪਾਰਕ ਅੰਮ੍ਰਿਤਸਰ ਤੋਂ ਚੁੱਕ ਕੇ ਲਿਜਾਇਆ ਗਿਆ, ਉਹਨਾਂ 'ਤੇ ਤਸ਼ੱਦਦ ਕੀਤਾ ਗਿਆ, ਮੁੜ ਕੇ ਉਹਨਾਂ ਨੂੰ ਮਾਰਿਆ ਗਿਆ। ਮਾਰਨ ਤੋਂ ਬਾਅਦ ਫਿਰ ਸੁੱਟ ਦਿੱਤਾ ਗਿਆ ਦਰਿਆ ਦੇ ਵਿੱਚ, ਬਿਆਸ ਦਰਿਆ ਸੁੱਟ ਦਿੱਤਾ ਗਿਆ ਵੀ ਮੱਛੀਆਂ 'ਤੇ ਲਾਸ਼ ਖਾ ਜਾਣਗੀਆਂ। ਅੱਜ ਤੱਕ ਉਹਨਾਂ ਦੀ ਉਹ ਸੋਗ ਨਹੀਂ, ਉਹਦੇ ਵਿੱਚ ਹੁਣ ਆ ਕੇ ਮਾਮੂਲੀ ਜੀ ਕੁਛ ਬੰਦਿਆਂ ਨੂੰ ਸਜ਼ਾ ਹੋਈ ਸੀਗੀ, ਲੇਕਿਨ ਉਹਨਾਂ ਨੂੰ ਵੀ ਜਿਹੜੀ ਆ ਸਾਡੀ ਸਰਕਾਰ ਉਹ ਛੱਡਣ ਦੀ ਤਿਆਰੀ ਕਰ ਰਹੀ ਹੈ। ਇੱਕ ਪਾਸੇ ਤੇ ਜਿਨ੍ਹਾਂ ਲੋਕਾਂ ਨੇ 25,000 ਲੋਕਾਂ ਨੂੰ ਘਰੋਂ ਚੁੱਕ ਕੇ ਮਾਰਿਆ, ਜੇ ਉਹਨਾਂ ਦੇ ਖਿਲਾਫ 2-4 ਬੰਦੇ ਅੰਦਰ ਵੀ ਗਿਆ, ਉਹਨਾਂ ਨੂੰ ਛੱਡਣ ਵਾਸਤੇ ਸਾਡੀਆਂ ਸਰਕਾਰਾਂ ਉਤਾਵਲੀਆਂ ਨੇ ਵੀ ਛੱਡ ਦਿਓ। ਇਹ ਬੜੇ ਵੱਡੇ ਦੇਸ਼ ਭਗਤ ਨੇ, ਤੇ ਜਿਨ੍ਹਾਂ ਨੇ ਸਾਡੇ ਜੇ ਬਲਵੰਤ ਸਿੰਘ ਰਾਜੋਆਣਾ ਲੈ ਲਓ, ਤੁਸੀਂ ਜਗਤਾਰ ਸਿੰਘ ਹਵਾਰਾ ਲੈ ਲਓ, ਜਿਹੜੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਅੱਜ ਵੀ ਜੇਲ੍ਹ 'ਚ ਰੱਖਿਆ ਜਾ ਰਿਹਾ। ਇਹ ਹਿਊਮਨ ਰਾਈਟਸ ਦੀ ਉਲੰਘਣਾ ਨਹੀਂ। ਇਸ ਕਰਕੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਚਾਹੀਦਾ ਵਾ ਵੀ ਇਹਨਾਂ ਗੱਲਾਂ ਨੂੰ ਲੈ ਕੇ ਤੇ ਅੱਗੇ ਆਉਣ, ਲੇਕਿਨ ਸਿਆਪਾ ਇਸ ਗੱਲ ਦਾ ਵੀ ਇੱਥੇ ਵੀ ਅਸੀਂ ਧਰਮਾਂ 'ਚ ਵੰਡੇ ਪਏ ਹਾਂ, ਧਰਮ ਸਾਨੂੰ ਕੁਛ ਨਹੀਂ ਕਰਨ ਦਿੰਦੇ। ਅਗਲੀ ਗੱਲ ਜਿਹੜੀ ਐਡਵੋਕੇਸੀ ਡਿਸਪੀਰੀਅੰਸ ਆਫ ਪੰਜਾਬ ਇੱਕ ਜਥੇਬੰਦੀ ਬਣੀ ਆ, ਉਹਨਾਂ ਨੇ ਖਾਲੜਾ ਸਾਹਿਬ ਤੋਂ ਬਾਅਦ ਹੁਣ 8,000 ਬੰਦਿਆਂ ਦੀ ਸ਼ਨਾਖਤ ਕੀਤੀ ਹੈ। ਉਹ ਹਾਈ ਕੋਰਟ 'ਚ ਲਿਸਟ ਦਿੱਤੀ ਆ, ਉਹਦੀ ਪੜਤਾਲ ਹੋ ਰਹੀ ਆ। ਉਹਦੀ ਪੜਤਾਲ ਤੋਂ ਹੋਣ ਤੋਂ ਬਾਅਦ ਇਹ ਕਹਿ ਰਹੇ ਨੇ ਵੀ ਸਾਨੂੰ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮੈਂ ਕਿਹਾ ਜੀ ਮੁਆਵਜ਼ਾ ਬਾਅਦ 'ਚ, ਪਹਿਲਾਂ ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਅੱਜ ਪੁਲਿਸ ਸਾਡੀ ਸਰਕਾਰਾਂ ਸਿੰਸੀਅਰ ਨਹੀਂ, ਸਰਕਾਰਾਂ ਦੀ ਰਿਸਪੌਂਸਿਬਿਲਟੀ ਬਣਦੀ ਆ ਵੀ ਜਿਹੜੇ ਉਹਦੇ ਸਿਟੀਜ਼ਨ ਨੇ ਉੱਥੋਂ ਦੇ ਸਟੇਟ ਦੇ ਜਾਂ ਕੰਟਰੀ ਦੇ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਫਰੀਡਮ ਆਫ ਰਾਈਟ ਸਾਨੂੰ ਹੈਗਾ ਵਾ, ਫਰੀਡਮ ਰਾਈਟ ਸਾਨੂੰ ਹੈਗੇ ਨੇ, ਉਹਦੇ ਵਿੱਚ 7-8 ਤੁਸੀਂ ਗਣੇ ਨੇ, ਫਰੀਡਮ ਆਫ ਐਜੂਕੇਸ਼ਨ, ਫਰੀਡਮ ਆਫ ਰਿਲੀਜਨ, ਫਰੀਡਮ ਆਫ ਐਜੂਕੇਸ਼ਨ, ਇਸ ਵਿੱਚ ਗਣੇ ਨੇ ਉਹਦੇ ਵਿੱਚ। ਲੇਕਿਨ ਜੇ ਉਹ ਲਾਗੂ ਨਹੀਂ ਕਰਦੇ ਕੀ ਫਾਇਦਾ ਉਹਦਾ ਸੰਵਿਧਾਨ ਦਾ? ਫਿਰ ਤੁਸੀਂ ਸੰਵਿਧਾਨ ਦੀ ਆਪ ਉਲੰਘਣਾ ਕਰ ਰਹੇ ਹੋ। ਮੈਂ ਸੋਚਦਾ ਵੀ ਹਿੰਦੁਸਤਾਨ ਦੀ ਸਰਕਾਰ, ਪੰਜਾਬ ਸਰਕਾਰ ਸੰਵਿਧਾਨ ਦੀ ਖੁਦ ਉਲੰਘਣਾ ਕਰ ਰਹੀ ਹੈ, ਉਲੰਘਣਾ ਕਰਕੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕਰ ਰਹੀ ਹੈ। ਜਥੇਬੰਦੀਆਂ ਇਸ ਵਾਰ ਇੱਕ ਦੀ ਜਥੇਬੰਦੀ ਹੈ ਜਿਹੜੀ ਰੌਲਾ ਪਾ ਰਹੀ, ਬਾਕੀ ਚੁੱਪ ਕਰ ਆਪਣੇ ਘਰਾਂ 'ਚ ਬੈਠੇ ਆ। ਹੁਣ ਵੀ ਇੱਕ ਪ੍ਰੈਸ ਕਾਨਫਰੰਸ ਸੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ, ਉੱਥੇ ਵੀ ਗੱਲ ਹੋਈ ਸੀ, ਇੱਕ ਸਵਾਲ ਪੁੱਛਿਆ ਗਿਆ ਸੀ ਕਿ ਪੱਤਰਕਾਰ ਨੇ ਵੀ ਵੇਖੋ ਜਿਹੜੇ ਬਾਕੀ ਬੰਦੇ ਘਰਾਂ 'ਚ ਬੈਠੇ ਜਿਹਨੇ ਮਾਰੇ ਗਏ ਉਹਨਾਂ ਨੂੰ ਤੁਸੀਂ ਨਾਲ ਕਿਉਂ ਨਹੀਂ ਲੈਂਦੇ? ਅਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਉਹ ਅੱਜ ਵੀ ਡਰਦੇ ਨੇ ਵੀ ਜੇ ਕਿਤੇ ਅੱਜ ਅਸੀਂ ਪੁਲਿਸ ਦੇ ਖਿਲਾਫ ਰੌਲਾ ਪਾਇਆ ਤਾਂ ਸਾਨੂੰ ਫਿਰ ਦਬਾਇਆ ਜਾਊਗਾ, ਸਾਡਾ ਫਿਰ ਨੁਕਸਾਨ ਕੀਤਾ ਜਾਊਗਾ। ਅਤੇ ਇੱਥੇ ਜਿਹੜੀ ਡੈਮੋਕ੍ਰੇਸੀ ਜਿਹੜੀ ਆ ਉਹ ਨਾਂ ਦੀ ਡੈਮੋਕ੍ਰੇਸੀ ਆ। ਹਿਊਮਨ ਰਾਈਟਸ ਦੀ ਜਿੰਨੀ ਇੰਡੀਆ 'ਚ ਉਲੰਘਣਾ ਵਾ ਉਨੀ ਕਿਤੇ ਵੀ ਉਲੰਘਣਾ ਨਹੀਂ ਹੋ ਰਹੀ। ਇਹਨੂੰ ਉਲੰਘਣਾ ਨੂੰ ਰੋਕਿਆ ਜਾਣਾ ਚਾਹੀਦਾ ਜੀ। ਭੱਟੀ ਸਾਹਿਬ, ਕਸ਼ਮੀਰ ਦੀ ਗੱਲ ਕਰ ਲਈ ਜਾਵੇ ਤਾਂ ਤਾਜ਼ਾ ਹੀ ਮਾਮਲਾ ਕਸ਼ਮੀਰ ਵਾਲਾ ਵਾ। ਉੱਥੇ ਜਾਣ ਵੀ ਨਹੀਂ ਦਿੱਤਾ ਜਾਂਦਾ। ਕੱਲ੍ਹ ਵੀ ਕੋਈ ਜਥੇਬੰਦੀਆਂ ਕਸ਼ਮੀਰ ਦੇ ਵਿੱਚ ਜਾਣਾ ਚਾਹੁੰਦੀਆਂ ਸੀ ਅਤੇ ਸਰਕਾਰ ਇਹ ਐਲਾਨ ਕਰ ਰਹੀ ਹੈ ਕਿ ਉੱਥੇ ਸਾਰਾ ਕੁਛ ਨੋਰਮਲ ਆ। ਪਰ ਜੇਕਰ ਉੱਥੇ ਨੋਰਮਲ ਆ ਫਿਰ ਉੱਥੇ ਜਾਣ ਕਿਉਂ ਨਹੀਂ ਦਿੱਤਾ ਜਾਂਦਾ? ਉੱਥੋਂ ਦੇ ਲੋਕਾਂ ਦਾ ਜਿਹੜਾ ਇੰਟਰਨੈੱਟ ਸੇਵਾਵਾਂ ਨੇ ਉਹ ਵੀ ਬੰਦ ਕੀਤੀਆਂ ਹੋਈਆਂ ਨੇ। ਉਹਨਾਂ ਦੇ ਬੱਚੇ ਜਿਹੜੇ ਕੋਈ ਵਿਦੇਸ਼ਾਂ 'ਚ ਜਾਂ ਕਿਤੇ ਬਾਹਰ ਪੜ੍ਹਦੇ ਆ ਜਾਂ ਨੌਕਰੀਆਂ ਕਰਦੇ ਆ, ਉਹਨਾਂ ਨਾਲ ਗੱਲ ਕਰਨ ਦੀ ਉਹਨਾਂ ਨੂੰ ਬੜੀ ਸਮੱਸਿਆ ਰਹੀ ਹੈ। ਸੋ ਤਾਜ਼ਾ ਮਾਮਲਾ ਜਿਹੜਾ ਆ ਉਹ ਕਸ਼ਮੀਰ ਦਾ ਆ। ਕਸ਼ਮੀਰੀਆਂ ਦੇ ਨਾਲ ਜੋ ਕੁਛ ਹੋ ਰਿਹਾ ਆ ਉਸ ਦੇ ਉੱਤੇ UNO ਜਿਹੜਾ ਆ ਉਹ ਸੁਹਿਰਦ ਨਜ਼ਰ ਕਿਉਂ ਨਹੀਂ ਆ ਰਿਹਾ? ਕਿ ਕੁਝ ਦੇਸ਼ਾਂ ਦੇ ਨਾਲ ਚੱਲਦਾ ਜਿਹੜਾ ਵਪਾਰ ਹੈ ਉਸ ਕਰਕੇ ਕੁਝ ਦੇਸ਼ ਜਿਹੜੇ ਆ ਉਹ ਵੀ ਆਵਾਜ਼ ਨਹੀਂ ਚੁੱਕਦੇ। ਇਸੇ ਕਰਕੇ ਹੀ ਹਿਊਮਨ ਰਾਈਟਸ ਜਿਹੜੇ ਆ ਉਹ ਦਬਾਏ ਜਾਂਦੇ ਆ, ਮਨੁੱਖੀ ਅਧਿਕਾਰ ਦਬਾਏ ਜਾਂਦੇ ਆ, ਜਾਂ ਜਿਨ੍ਹਾਂ ਦਾ ਵਪਾਰ ਆਪੋ ਦੇ ਵਿੱਚ ਆ ਉਹ ਇਸ ਕਰਕੇ ਨਹੀਂ ਬੋਲਦੇ ਕਿ ਸਾਡੇ ਵਪਾਰ ਨੂੰ ਇਸ ਨਾਲ ਖਤਰਾ ਪੈਦਾ ਹੋ ਸਕਦਾ। ਬਿਲਕੁਲ ਠੀਕ ਹੈ ਤੁਸੀਂ ਜੀ। ਅਮਰੀਕਾ ਕਿਉਂ ਬੋਲੂਗਾ ਜਿਹਦੇ ਕੋਲ ਅਰਬਾਂ ਖਰਬਾਂ ਦੇ ਸਾਲ ਦੇ ਜਿਹੜਾ ਵਾ ਇੰਡੀਆ ਹਥਿਆਰ ਖਰੀਦਦਾ ਵਾ? ਚਾਈਨਾ ਕਿਉਂ ਬੋਲੂਗਾ ਜਿਹਦਾ ਅਰਬਾਂ ਖਰਬਾਂ ਦਾ ਮਾਲ ਇੱਥੇ ਵੇਚਿਆ ਜਾਂਦਾ ਵਾ? ਉਹਨੇ ਹਿਊਮਨ ਰਾਈਟਸ ਤੋਂ ਕੀ ਲੈਣਾ ਵਾ? ਇਸ ਕਰਕੇ ਕਸ਼ਮੀਰ ਦੀ ਸਿਚੁਏਸ਼ਨ ਜਿਹੜੀ ਆ ਉਹ ਇਸ ਵੇਲੇ ਬੜੀ ਮਾੜੀ ਨੇ। ਉਹਨੂੰ ਬਚਾਉਣ ਵਾਸਤੇ ਜੇ ਸਾਡੇ ਗ੍ਰਹਿ ਮੰਤਰੀ ਸਾਹਿਬ ਕਹਿੰਦੇ ਵੀ ਸਭ ਉੱਥੇ ਬਿਲਕੁਲ ਸਹੀ ਚੱਲ ਰਿਹਾ ਵਾ, ਨੋਰਮਲ ਵਾ, ਅਤੇ ਫਿਰ ਜਨਤਾ ਨੂੰ ਜਾਣ ਦੇਣ ਉੱਥੇ। ਕੱਲ੍ਹ ਜੇ ਕੋਈ ਜਥੇਬੰਦੀਆਂ ਜਾਣਾ ਚਾਹੁੰਦੀਆਂ ਅਸੀਂ ਜਾ ਕੇ ਅੱਜ ਦਾ ਦਿਨ ਉੱਥੇ ਮਨਾਉਣਾ ਚਾਹੁੰਦੇ ਅਸੀਂ ਵੀ ਜਾ ਕੇ ਹਿਊਮਨ ਰਾਈਟ ਡੇ ਉੱਥੇ ਮਨਾਵਾਂਗੇ ਅਸੀਂ ਜਾ ਕੇ, ਕਿਉਂ ਰੋਕਿਆ ਗਿਆ ਫਿਰ ਉਹਨਾਂ ਨੂੰ? ਜੇ ਰੋਕਿਆ ਗਿਆ ਤਾਂ ਮਤਲਬ ਕੁਛ ਠੀਕ ਨਹੀਂ, ਉੱਥੇ ਕੁਛ ਗੜਬੜ ਆ। ਉੱਥੇ ਜੇ ਗੜਬੜ ਆ ਤਾਂ ਮੈਂ ਇਹ ਕਹਿੰਦਾ ਵੀ ਇਸ ਗੜਬੜ ਨੂੰ ਖਤਮ ਕੀਤਾ ਜਾਣਾ ਚਾਹੀਦਾ।
ਉਹਨਾਂ ਲੋਕਾਂ ਦੇ ਵੀ ਆਪਣੇ ਜਿਹੜੇ ਮੌਲਿਕ ਅਧਿਕਾਰ ਨੇ, ਉਹਨਾਂ ਲੋਕਾਂ ਦੇ ਵੀ ਆਪਣੇ ਕੋਈ ਹਿਊਮਨ ਰਾਈਟਸ ਨੇ, ਤੇ ਜੇ ਉਹਨਾਂ ਦੀ ਉਲੰਘਣਾ ਹੋ ਰਹੀ ਆ ਤੇ ਬੜੀ ਮਾੜੀ ਗੱਲ ਆ। ਮੈਂ ਤੁਹਾਨੂੰ ਪਿੱਛੇ ਦੀ ਦੱਸਦਾ ਗੱਲ, ਜਦੋਂ ਜਸਟਿਸ ਕੁਲਦੀਪ ਸਿੰਘ ਸਾਡੇ ਜਸਟਿਸ ਸੀ ਆਪਣੇ ਸੁਪਰੀਮ ਕੋਰਟ ਦੇ, ਉਸ ਟਾਈਮ ਤੇ ਪੁਲਿਸ ਨੇ 2 ਮੁੰਡੇ ਚੁੱਕੇ ਤੇ ਦੋਵਾਂ ਨੂੰ ਜਿਹੜਾ ਸੀ ਗੋਲੀ ਮਾਰ ਕੇ ਮਾਰਤਾ। ਪੱਟੀ ਹਸਪੀਟਲ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਕੇ ਲੈਂਦਾ ਤੇ ਇੱਕ ਮੁੰਡਾ ਵਿੱਚੋਂ ਬਚ ਗਿਆ। ਜਿਹੜਾ ਹਿੱਲਿਆ, ਡਾਕਟਰ ਨੇ ਇਲਾਜ ਕੀਤਾ, ਉਹ ਬੋਲਣ ਲੱਗ ਪਿਆ। ਉਹਨੇ ਕਿਹਾ ਜੀ ਮੈਂ ਫਲਾਣੇ ਪਿੰਡ ਦਾ ਮੁੰਡਾ, ਮੇਰੇ ਪਿੰਡ ਦੀ ਫਲਾਣੀ ਨਰਸ ਇੱਥੇ ਲੱਗੀ, ਨੂੰ ਬੁਲਾ ਦਿਓ, ਮੇਰੀ ਭੈਣ ਲੱਗਦੀ ਹੈ। ਉਹ ਨਰਸ ਆਈ, ਉਹਨੇ ਪੁੱਛਿਆ ਕੀ ਗੱਲ ਹੋਈ ਆ, ਤੇ ਉਹਨੇ ਡਾਕਟਰ ਨੇ ਇਲਾਜ ਸ਼ੁਰੂ ਕਰਤਾ। ਤੇ ਜਦੋਂ ਰੌਲਾ ਪੈ ਗਿਆ ਵੀ ਉਹ ਬੰਦਾ ਬਚ ਗਿਆ, ਪੁਲਿਸ ਨੇ ਉਸ ਬੰਦੇ ਨੂੰ ਫਿਰ ਜ਼ਬਰਦਸਤੀ ਹਸਪੀਟਲ 'ਚ ਚੁੱਕਿਆ ਤੇ ਫਿਰ ਉਹਨੂੰ ਮਾਰਿਆ। ਉਹ ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਛਾਪੀ ਤੇ ਸੁਪਰੀਮ ਕੋਰਟ ਦੇ ਜਸਟਿਸ ਨੇ ਜਿਹੜਾ ਸੀ ਨੋਟਿਸ ਲਿਆ, ਤੇ ਜਿਹੜਾ ਸਾਡਾ ਹੈਗਾ ਸੀ ਸੈਸ਼ਨ ਜੱਜ, ਉਹਨੂੰ ਕਿਹਾ ਵੀ ਵਿਦਨ 24 ਆਵਰਸ ਰਿਪੋਰਟ ਚਾਹੀਦੀ ਹੈ। ਗੱਲ ਸਹੀ ਸੀ। ਉਹਨੇ ਰਿਪੋਰਟ ਦਿੱਤੀ ਤੇ ਉਹਦੇ ਵਿੱਚ ਜਿਹੜਾ ਬੰਦਾ SHO ਸੀ ਸੀਤਾਰਾਮ, ਉਹਨੂੰ ਫਿਰ 20 ਸਾਲ ਦੀ ਸਜ਼ਾ ਹੋਈ ਸੀ ਉਹਦੇ ਵਿੱਚ। ਗੱਲ ਸਜ਼ਾ ਨਹੀਂ, ਅਸੀਂ ਕਹਿੰਦੇ ਉਹਨੂੰ ਪਹਿਲਾਂ ਰੋਕਿਆ ਜਾਵੇ। ਜੋ ਉਹ ਬੰਦਾ ਭਾਵੇਂ ਝੂਠੇ ਪੁਲਿਸ ਮੁਕੱਦਮਾ ਮਾਰਿਆ ਗਿਆ, ਬਚ ਗਿਆ ਤਾਂ ਬਚਿਆ ਰਹਿੰਦੇ, ਉਹਨੂੰ ਕਿਉਂ ਮਾਰਿਆ ਗਿਆ? ਉਹਨੂੰ ਇਹੋ ਜਿਹੀ ਸਿਚੁਏਸ਼ਨ ਜਿਹੜੀ ਕਸ਼ਮੀਰ 'ਚ ਵੀ ਹੈਗੀ ਆ। ਕਸ਼ਮੀਰ ਦੇ ਲੋਕ ਵੀ ਜਿਹੜੇ ਉੱਥੋਂ ਆਉਂਦੇ ਆ, ਉਹ ਬੜੇ ਰੋਂਦੇ ਪਿੱਟਦੇ ਨੇ ਵੀ ਸਾਡੀ ਹਾਲਤ ਬੜੀ ਮਾੜੀ ਆ, ਲੇਕਿਨ ਇੰਟਰਨੈਸ਼ਨਲ ਲੈਵਲ 'ਤੇ ਉਹਨਾਂ ਦੀ ਬਹੁਤੀ ਕੋਈ ਸੁਣਵਾਈ ਨਹੀਂ ਹੋ ਰਹੀ। ਮੈਂ ਤੁਹਾਨੂੰ ਦੱਸਦਾ, ਜਿਹਨਾਂ ਸੁਣਵਾਈ ਕਰਨੀ ਹੈ, ਇੱਕ ਨੇ ਹਥਿਆਰ ਵੇਚਣੇ ਆ, ਇੱਕ ਨੇ ਆਪਣਾ ਮਾਲ ਵੇਚਣਾ, ਤਾਂ ਉਹ ਕਿਉਂ ਸੁਣਵਾਈ ਕਰਨਗੇ? ਫਿਰ ਵੀ ਮਾੜਾ ਮੋਟਾ ਜਿਹੜਾ ਸੀ ਚਾਈਨਾ ਨੇ ਕਿਹਾ ਸੀ, ਬਾਕੀ ਕਿਸੇ ਨੇ ਕਿਹਾ। 40-42 ਹੋਰ ਮੁਸਲਿਮ ਕੰਟਰੀ ਆ, ਕੋਈ ਨਹੀਂ ਬੋਲ ਰਿਹਾ, ਹਰ ਇੱਕ ਦਾ ਕੋਈ ਆਪਣਾ ਨਿੱਜੀ ਇੰਟਰਸਟ ਆ। ਲੇਕਿਨ ਸਾਡੀ ਇਹ ਮੰਗ ਆ ਵੀ ਉੱਥੇ ਜਿਵੇਂ ਬੱਚੇ ਨੇ ਜਿਹੜੇ ਪੜ੍ਹਨਾ ਲਿਖਣ ਵਾਲੇ ਸੀਗੇ, ਉਹ ਜਦੋਂ ਘਰਾਂ 'ਚ ਬੰਦ ਰਹੇ, ਨਾ ਸਕੂਲ ਖੁੱਲ੍ਹੇ, ਨਾ ਸਕੂਲ 'ਚ ਗਏ, ਉਹਨਾਂ ਨੇ ਕਿੱਦਾਂ ਗੁਜ਼ਾਰਿਆ ਹੋ? ਇੱਕ ਘਰ ਦੇ ਵਿੱਚ ਰਾਸ਼ਨ, ਜਿਹੜਾ ਗਰੀਬ ਆਦਮੀ ਦਿਹਾੜੀ ਕਰਨ ਵਾਲਾ, ਉਹਦੇ ਕੋਲ ਤਾਂ ਇੱਕਦਮ ਦਾ ਰਾਸ਼ਨ ਨਹੀਂ ਹੁੰਦਾ, ਉਹਨੇ ਆਪਣੇ ਬੱਚੇ ਕਿਵੇਂ ਪਾਲੇ ਹੋਣਗੇ? ਇਹ ਤਾਂ ਜਦੋਂ ਉੱਥੇ ਨੋਰਮਲ ਪੋਜੀਸ਼ਨ ਹੋਊਗੀ ਫਿਰ ਪਤਾ ਲੱਗੂਗਾ ਵੀ ਕਿੰਨੇ ਲੋਕ ਘਰਾਂ 'ਚ ਭੁੱਖ ਨਾ ਮਾਰੇ ਗਏ, ਕਿੰਨੇ ਲੋਕ ਜਿਹੜੇ ਸੀ ਤਸ਼ੱਦਦ ਨਾਲ ਮਾਰੇ ਗਏ, ਕਿੰਨੇ ਲੋਕ ਘਰਾਂ ਚੁੱਕ ਕੇ ਮਾਰੇ ਗਏ। ਉਹ ਬਾਅਦ ਸਾਰੀਆਂ ਰਿਪੋਰਟਾਂ ਆਉਣਗੀਆਂ। ਲੇਕਿਨ ਅਸੀਂ ਸੋਚਦੇ ਹਾਂ ਵੀ ਕਸ਼ਮੀਰ ਦੇ ਵਿੱਚੋਂ ਇਹ ਜਿਹੜੀ ਗੁੰਡਾਗਰਦੀ ਉਹ ਬੰਦ ਕੀਤੀ ਜਾਵੇ, ਬੰਦ ਕਰਕੇ ਲੋਕਾਂ ਨੂੰ ਆਪਣੇ ਜਿਹੜੇ ਅਸੀਂ ਉਹਨਾਂ ਦੇ ਮੌਲਿਕ ਅਧਿਕਾਰ ਦਿੱਤੇ ਜਾਣ ਤੇ ਉਹਦੇ ਹਿਸਾਬ ਨਾਲ ਉਹਨੂੰ ਜੀਣ ਦਾ ਅਧਿਕਾਰ ਦਿੱਤਾ ਜਾਵੇ। ਭੱਟੀ ਸਾਹਿਬ, ਅੱਜ ਅਸੀਂ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਭਵਿੱਖ ਦੀ ਗੱਲ ਕਰੀਏ ਤਾਂ ਇਹਨਾਂ ਅਧਿਕਾਰਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਆ? ਕਿਉਂਕਿ ਲਗਾਤਾਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਵਪਾਰ ਚੱਲਦਾ ਆ, ਹਥਿਆਰਾਂ ਦੀ ਖਰੀਦੋ ਫਰੋਖਤ ਜਾਂ ਹੋਰ ਕਈ ਤਰ੍ਹਾਂ ਦੇ ਵਪਾਰ ਦੀ ਗੱਲ ਅਸੀਂ ਕਰਦੇ ਹਾਂ, ਤਾਂ ਭਵਿੱਖ ਦੇ ਵਿੱਚ ਕਿਵੇਂ ਦੇਖਦੇ ਹੋ? ਭਵਿੱਖ ਦੇ ਵਿੱਚ ਹੋਰ ਮਾੜਾ ਹਾਲ ਹੋ ਸਕਦਾ ਆ ਜਾਂ ਫਿਰ ਕੋਈ ਸੁਧਾਰ ਆਉਣ ਦੀ ਜਿਹੜੀ ਆ ਉਹ ਰੋਸ਼ਨੀ ਦਿਖਦੀ ਆ? ਤੁਸੀਂ ਯੂਰਪੀਅਨ ਕੰਟਰੀ ਚੱਲ ਜਾਓ, ਉੱਥੇ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹ ਇੱਕ ਨੰਬਰ ਡਾਇਲ ਕਰਦਾ ਤੇ 3 ਗੱਡੀਆਂ ਉਹਦੇ ਘਰ ਪਹੁੰਚ ਜਾਂਦੀਆਂ। ਫਾਇਰ ਬ੍ਰਿਗੇਡ ਪਹੁੰਚ ਜਾਂਦਾ ਵਾ, ਡਾਕਟਰ ਪਹੁੰਚ ਜਾਂਦਾ ਵਾ ਤੇ ਪੁਲਿਸ ਪਹੁੰਚ ਜਾਂਦੀ ਹੈ, 3 ਗੱਡੀਆਂ ਪਹੁੰਚ ਜਾਂਦੀਆਂ। ਸਾਡੇ ਇੱਥੇ ਤੁਸੀਂ ਪੁਲਿਸ ਨੂੰ ਫੋਨ ਕਰੋ, ਪਹਿਲੀ ਗੱਲ ਤਾਂ ਫੋਨ ਨਹੀਂ ਮਿਲਣਾ, ਜੇ ਮਿਲ ਗਿਆ ਫਿਰ ਚੁੱਕਣਾ ਨਹੀਂ ਕਿਸੇ ਨੇ, ਜੇ ਚੁੱਕ ਲਿਆ ਤਾਂ ਅੱਗੇ ਹਲਕੇ ਕੁੱਤਿਆਂ ਨੂੰ ਪਾਣਾ ਅਗਲਿਆਂ ਨੇ। ਇਸ ਕਰਕੇ ਸਾਡਾ ਜਿਹੜਾ ਦੇਸ਼ ਆ, ਇੰਡੀਆ ਦੇ ਵਿੱਚ ਹਿਊਮਨ ਰਾਈਟਸ ਦੀ ਜਿਹੜੀ ਉਲੰਘਣਾ ਹੋ ਰਹੀ ਹੈ, ਉਹ ਇਸੇ ਤਾਂ ਹੀ ਦੂਰ ਕੀਤੀ ਜਾ ਸਕਦੀ ਆ ਜੇ ਐਜੂਕੇਸ਼ਨ ਸਾਡੀ 1 ਨੰਬਰ ਦੀ ਹੋਵੇ। ਤੇ ਅੱਜ ਦੀ ਡੇਟ ਦੇ ਵਿੱਚ ਕੇਰਲਾ ਸਟੇਟ ਆ ਜਿੱਥੇ 89% ਜਿਹੜੇ ਲੋਕ ਪੜ੍ਹੇ ਲਿਖੇ ਨੇ, ਇੰਨੀ ਐਜੂਕੇਸ਼ਨ ਆ, ਉਹ ਆਪਣੀ ਹਿਊਮਨ ਰਾਈਟਸ ਦੀ ਛੇਤੀ ਕੀਤੀ ਉਲੰਘਣਾ ਨਹੀਂ ਹੋਣ ਦਿੰਦੇ। ਉਹ ਇਮਾਨਦਾਰ ਵੀ ਨੇ, ਕੰਮ ਵੀ ਕਰਦੇ ਆ। ਲੇਕਿਨ ਸਾਡੇ ਇੱਥੇ ਲੋਕਾਂ ਨੂੰ ਪੜ੍ਹਨ ਦਾ ਜਿਹੜਾ ਉਹ ਮੌਕਾ ਬਹੁਤ ਘੱਟ ਦਿੱਤਾ ਜਾਂਦਾ ਵਾ। ਸਰਕਾਰੀ ਸਕੂਲ ਬੰਦ ਹੋ ਰਹੇ ਨੇ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਇੰਨੀਆਂ ਜ਼ਿਆਦੀਆਂ ਵੀ ਆਮ ਆਦਮੀ ਫੀਸ ਨਹੀਂ ਦੇ ਸਕਦਾ। ਪਰ ਜਿਹੜੇ ਸਰਕਾਰੀ ਸਕੂਲ ਜਿੱਥੇ ਕੋਈ ਬਿਲਡਿੰਗ ਹੈਗੀ ਆ ਉੱਥੇ ਟੀਚਰ ਨਹੀਂ ਹੈਗਾ, ਜਿੱਥੇ ਟੀਚਰ ਹੈਗਾ ਉੱਥੇ ਬੱਚੇ ਨਹੀਂ ਹੈਗੇ, ਜਿੱਥੇ ਬੱਚੇ ਦੇ ਟੀਚਰ ਹੈਗਾ ਉੱਥੇ ਬਿਲਡਿੰਗ ਨਹੀਂ ਹੈਗੀ। ਤੇ ਸਰਕਾਰ ਇਹ ਚਾਹੁੰਦੀ ਆ ਵੀ ਇਹ ਬੱਚੇ ਜੇ ਪੜ੍ਹ ਲਿਖ ਕੇ ਮੁੜ ਕੇ ਸਾਨੂੰ ਕੰਨੋਂ ਫੜਨਗੇ, ਸਾਨੂੰ ਹਿਸਾਬ ਪੁੱਛਣਗੇ, ਤਾਂ ਉਹ ਤੋਂ ਬੈਟਰ ਇਹਨਾਂ ਨੂੰ ਨਸ਼ਿਆਂ 'ਚ ਪਾਇਆ ਜਾਵੇ। ਇਹ ਨਸ਼ੇ ਕਰਨ ਤਾਂ ਅਸੀਂ ਨਸ਼ੇ ਦੇ ਕੇ ਇਹਨਾਂ ਨੂੰ ਆਪਣੀ ਵੋਟ ਪਵਾ ਕੇ ਤੇ ਚੁੱਪ ਕਰਕੇ ਆਪਣੀ ਕੁਰਸੀ ਸਾਂਭ ਲਈਏ। ਇਸ ਕਰਕੇ ਹਾਲ ਦੀ ਘੜੀ ਜਿੰਨਾ ਚਿਰ ਲੋਕ ਸਾਡੇ ਐਜੂਕੇਟ ਪੂਰੀ ਤਰ੍ਹਾਂ ਨਹੀਂ ਹੁੰਦੇ, ਆਪਣੇ ਅਧਿਕਾਰਾਂ ਨੂੰ ਨਹੀਂ ਸਮਝਦੇ, ਆਪਣੇ ਨਫੇ ਨੁਕਸਾਨ ਨੂੰ ਨਹੀਂ ਸਮਝਦੇ, ਉਹਨਾਂ ਚਿਰ ਕੁਛ ਵੀ ਹੋਣ ਵਾਲਾ ਨਹੀਂ। ਅਤੇ ਭਵਿੱਖ ਵਿੱਚ ਕੋਈ ਆਸ ਨਹੀਂ ਕਿ ਕੋਈ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਇੰਡੀਆ ਦੇ ਵਿੱਚ ਕੋਈ ਸੁਖਾਵਾਂ ਮਾਹੌਲ ਆਏਗਾ। ਸੋ ਬਿਲਕੁਲ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਮੌਕੇ ਦੇ ਉੱਤੇ ਜੋ ਕੁਝ ਸੰਸਾਰ ਭਰ ਦੇ ਵਿੱਚ ਹੋ ਰਿਹਾ ਆ ਉਸ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਦਰਸ਼ਕਾਂ ਦੇ ਨਾਲ ਇਸ ਚੀਜ਼ ਦੀ ਸਾਂਝ ਜਿਹੜੀ ਆ ਉਹ ਪਾਈ ਆ।
ਸੋ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਕੋਈ ਰੋਸ਼ਨੀ ਦੀ ਕਿਰਨ ਜਿਹੜੀ ਆ ਉਹ ਨਜ਼ਰ ਆਵੇ ਤੇ ਜਿਨ੍ਹਾਂ ਮੁਲਕਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਆ ਉਹਨਾਂ ਲੋਕਾਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਦਿੱਤੇ ਜਾਣ। ਸੋ ਪੱਟੀ ਸਾਹਿਬ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਇੱਥੇ ਹੀ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।